ਸਾਰੇ ਸਾਥੀਆਂ ਦਾ ਅੱਜ ਜੋ ਪ੍ਰੋਗਰਾਮ ਸਾਰਾ ਰੱਖਿਆ ਹੈ ਭਾਈਚਾਰਕ ਤਾਲਮੇਲ ਮੰਚ ਸੰਗਰੂਰ ਵੱਲੋਂ ਉਹਦੇ ਵਿੱਚ ਸ਼ਮੂਲੀਅਤ ਕਰਨ 'ਤੇ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਆਖਦਾ। ਅਤੇ ਸੋ ਆਪਾਂ ਜਿਹੜਾ ਪ੍ਰੋਗਰਾਮ ਸੀਗਾ ਉਹ ਆਪਾਂ ਬਾਬਾ ਜੀ ਨੂੰ ਚੜਾ ਕੇ ਤੇ ਆਪਣੀ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਤੋਂ ਬਾਅਦ ਆਪਣਾ ਜੋ ਪ੍ਰੋਗਰਾਮ ਹੈ, ਜਿਸ ਤਰ੍ਹਾਂ ਦਾ ਆਪਣਾ ਪ੍ਰੋਗਰਾਮ ਲਿਖਿਆ ਹੋਇਆ ਸੀਗਾ, ਉਹਦੇ ਹਿਸਾਬ ਦੇ ਨਾਲ ਜਿੰਨੇ ਵੀ ਸਾਥੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਨੇ। ਕੁਛ ਹੋਰ ਠੰਡ ਹੋਣ ਦੇ ਕਾਰਨ ਕਰਕੇ ਜਿੱਦਾਂ ਮੈਨੂੰ ਹੁਣ ਫੋਨ ਆਇਆ ਆਪਣੇ ਬਾਲੂਵਾਲ ਸਾਹਿਬ ਦਾ, ਉਹ ਕਿਤੇ ਬਾਹਰ ਨੇਗੇ, ਪਿਆਰ ਸਿੰਘ ਜੀ ਉਹ ਵੀ ਲੈ ਗਏ ਨੇ, ਜਾਂ ਹੋਰ ਵੀ ਕਈ ਸਾਥੀਆਂ ਦੇ ਆਏ ਨੇ, ਕੋਈ ਕਾਰਨ ਹੋ ਗਏ। ਅਤੇ ਬਹੁਤ ਵਧੀਆ ਫਿਰ ਵੀ ਆਪਣਾ ਮਤਲਬ ਸੌਧਰਨ ਦੇ ਵਿੱਚ ਜੋ ਪ੍ਰੋਗਰਾਮ ਦਿੱਤਾ ਹੋਇਆ ਸੀ ਉਹਦੇ ਸੰਬੰਧ ਵਿੱਚ ਆਪਾਂ ਮਤਲਬ ਇੱਥੇ ਇਕੱਤਰ ਹੋਏ ਹਾਂ। ਅਤੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਆ। ਹੁਣ ਮੈਂ ਕੁਝ ਸਾਥੀਆਂ ਨੂੰ ਇਹਦੇ ਸੰਬੰਧ ਦੇ ਵਿੱਚ ਬੁਲਾਉਣ ਦੀ 2 ਮਿੰਟ ਬੇਨਤੀ ਕਰੂੰਗਾ। ਸਾਰਿਆਂ ਤੋਂ ਪਹਿਲਾਂ ਮੈਂ ਭੁਪਿੰਦਰ ਸਿੰਘ ਨੂੰ ਬੇਨਤੀ ਕਰਦਾ। ਸਮਾਜ ਦੇ ਬਹੁਤ ਹੀ ਸਿਰਕੱਢ ਆਗੂ ਸਾਹਿਬਾਨ, ਅੱਜ ਆਪਾਂ ਸਾਰੇ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ 'ਤੇ ਇਕੱਠੇ ਹੋਏ ਹਾਂ। ਬੜੀ ਖੁਸ਼ੀ ਦੀ ਗੱਲ ਹੈ, ਬਹੁਤ ਵਧੀਆ ਦਿਹਾੜਾ ਹੈ, ਬਹੁਤ ਵਧੀਆ ਉਦਮ ਕਰਦੇ ਨੇ ਸਾਡੇ ਈਓ ਸਾਹਿਬ ਸਰਜੀਤ ਸਿੰਘ ਜੀ। ਅੱਜ ਦਾ ਦਿਨ ਜਿਹੜਾ ਬਾਬਾ ਸਾਹਿਬ ਦਾ ਦਿਨ ਮਨਾਇਆ, ਮੈਂ ਤਾਂ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਜੋ ਸਾਡਾ ਸਮਾਜ ਹੈ, ਵੈਸੇ ਆਪਾਂ ਹਰ ਮੀਟਿੰਗ ਦੇ ਵਿੱਚ ਗੱਲ ਤਾਂ ਇਹ ਕਰਦੇ ਹਾਂ ਵੀ ਜ਼ਿੰਮੇਵਾਰੀਆਂ ਬਣਦੀਆਂ ਸਾਡੀਆਂ, ਵੀ ਅਸੀਂ ਜਿਹੜੇ ਲੋਕ ਸਾਡੇ ਅਨਪੜ੍ਹ ਨੇ, ਅਜੇ ਵੀ ਪਿੰਡਾਂ ਦੇ ਵਿੱਚ ਗੁਲਾਮੀ ਦੀਆਂ ਜੰਜੀਰਾਂ ਵਿੱਚ ਬੰਨ੍ਹੇ ਹੋਏ ਨੇ, ਉਹਨਾਂ ਨੂੰ ਅਸੀਂ ਉੱਪਰ ਚੱਕਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਡਾ ਸਮਾਜ ਇਕੱਠਾ ਹੋ ਸਕੇ। ਸਾਡੇ ਸਮਾਜ ਨੂੰ ਜਿਉਣ ਦਾ ਪਤਾ ਲੱਗ ਜੇ ਵੀ ਸਾਡੇ ਕੀ ਹੱਕ ਨੇ, ਕਿਹੜੇ ਹੱਕ ਸਾਨੂੰ ਸਰਕਾਰ ਦਿੰਦੀ ਹੈ ਅਤੇ ਕਿਹੜੇ ਸਾਡੀ ਹੱਕਾਂ ਨੂੰ ਦੱਬੀ ਫਿਰਦੀ ਸਰਕਾਰ। ਉਹ ਸਾਰਾ ਕੁਝ ਜਾਗਰਤਾ ਦੇ ਵਿੱਚ ਜਿਹੜਾ ਯੋਗਦਾਨ ਹੈ ਉਹ ਸਾਡਾ ਹੋਣਾ ਚਾਹੀਦਾ, ਪੜ੍ਹੇ ਲਿਖੇ ਸਮਾਜ ਦਾ, ਤਾਂ ਕਿ ਉਹ ਸਮਾਜ ਸਾਡੇ ਨਾਲ ਜੁੜ ਸਕੇ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਈ ਸੰਘਰਸ਼ਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਇਹ ਭੁਲੇਖੇ ਪੈਂਦੇ ਆ, ਉਹ ਕਹਿੰਦੇ ਵੀ ਜਿਹੜਾ ਤੁਸੀਂ ਕਹੀ ਜਾਂਦੇ ਹੋ ਵੀ ਰਿਜ਼ਰਵੇਸ਼ਨ ਮਿਲਦੀ ਹੈ, ਰਿਜ਼ਰਵੇਸ਼ਨ ਮਿਲਦੀ ਹੈ, ਉਹ ਤਾਂ ਕਹਿੰਦੇ ਪੜ੍ਹਿਆ ਲਿਖਿਆ ਨੂੰ ਮਿਲਦੀ, ਸਾਨੂੰ ਤਾਂ ਮਿਲਦੀ ਉਹ ਨਹੀਂ। ਮੈਂ ਬਲਵਾੜ ਪਿੰਡ ਗਿਆ, ਇਕੱਠੇ ਹੋਏ ਅਸੀਂ ਉੱਥੇ, ਕਲੌਦੀ ਅਤੇ ਬਲਵਾੜ ਦੇ ਪਿੰਡਾਂ ਦੇ ਵਿੱਚ ਗਏ ਅਸੀਂ, ਉੱਥੇ ਇਕੱਠੇ ਹੋ ਕੇ ਬੁੜੀਆਂ ਨੇ ਸਾਨੂੰ ਇਹੀ ਗੱਲਾਂ ਕਹੀਆਂ, ਕਹਿੰਦੇ ਵੀ ਤੁਸੀਂ ਆਏ ਹੋ ਵੀ ਰਿਜ਼ਰਵੇਸ਼ਨ ਪਿੱਛੇ ਲੜਾਈ ਲੜਨੀ ਆ, ਉਹ ਕਰਨੀ ਆ। ਕਹਿੰਦੇ ਰਿਜ਼ਰਵੇਸ਼ਨ ਦਾ ਜਿਹੜਾ ਪੜ੍ਹ ਲਿਖ ਜਾਂਦਾ ਉਹੀ ਲੈ ਜਾਂਦਾ, ਸਾਨੂੰ ਤਾਂ ਮਿਲਦੀ ਉਹ ਨਹੀਂ। ਦੇਖੋ, ਇਹ ਭੁਲੇਖੇ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਲੋਕਾਂ ਨੂੰ ਅਸੀਂ ਸਮਝਾਉਣਾ ਹੈ, ਇਹ ਜ਼ਿੰਮੇਵਾਰੀਆਂ ਸਾਡੀਆਂ ਬਣਦੀਆਂ ਨੇ, ਉਹਨਾਂ ਨੂੰ ਨਾਲ ਜੋੜਨ ਦੀਆਂ ਜ਼ਿੰਮੇਵਾਰੀਆਂ ਸਾਡੀਆਂ ਬਣਦੀਆਂ ਨੇ। ਇਹ ਤਾਂ ਹੀ ਸਾਨੂੰ ਇਹ ਬਾਬਾ ਸਾਹਿਬ ਦੇ ਆਦੇਸ਼ਾਂ ਦੇ, ਜੋ ਬਾਬਾ ਸਾਹਿਬ ਨੇ ਸਾਡੇ ਲਈ ਕੀਤਾ ਹੈ, ਉਹ ਪੂਰੀ ਵਰਲਡ ਦੇ ਵਿੱਚ ਇਤਿਹਾਸ ਹੈ ਇੱਕ, ਜਿਹੜਾ ਕਿ ਉਸ ਸਮੇਂ ਦੀਆਂ ਮਨੂ ਸਿਮਰਤੀ ਜੋ ਸਾਡੇ 'ਤੇ ਲਾਗੂ ਸੀ, ਜੋ ਜੰਜੀਰਾਂ ਸੀ ਸਾਡੇ ਗੁਲਾਮੀ ਦੀਆਂ, ਉਹ ਬਾਬਾ ਸਾਹਿਬ ਦੀ ਦੇਣਾ ਕੱਟੀਆਂ ਨਹੀਂ ਜਾਂਦੀਆਂ। ਇਸ ਕਰਕੇ ਜੋ ਸਾਡਾ ਸਮਾਜ, ਚਾਹੇ ਉਹ MLA ਹੈ, MP ਹੈ, ਵਧੀਆ ਪੋਸਟਾਂ 'ਤੇ IAS IPS ਵੀ ਨੇ ਅਤੇ ਹੋਰ ਬੜੀਆਂ ਪੋਸਟਾਂ 'ਤੇ ਬੈਠੇ ਨੇ, ਪਰ ਸਾਡੇ ਲੋਕ ਉਹ ਆਪਣੀ ਜਾਤ ਲੁਕਾਉਣ ਲੱਗ ਗਏ, ਉਹ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਨੇ। ਇਸ ਕਰਕੇ ਮੇਰੀ ਤਾਂ ਇੱਕੋ ਬੇਨਤੀ ਹੈ ਕਿ ਸਾਡੇ ਸਮਾਜ ਨੂੰ ਜਗਾਉਣ ਦੀ ਖਾਤਰ ਸਾਡਾ ਯੋਗਦਾਨ ਬਹੁਤ ਜ਼ਰੂਰੀ ਹੈ ਕਰਨਾ, ਤਾਂ ਕਿ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਵੀ ਅੱਜ ਕਿਸਾਨਾਂ ਦਾ ਇਕੱਠ ਜਿਹੜਾ ਉਹ ਇੱਕ ਕਰਕੇ ਹੀ ਅੱਜ ਜਿਹੜਾ ਮੋਦੀ ਦੇ ਨੱਕ ਦਮ ਲਿਆਂਦਾ ਹੋਇਆ ਹੈ। ਜੇਕਰ ਆਪਾਂ ਸਾਡਾ ਸਮਾਜ ਇਸ ਤਰ੍ਹਾਂ ਦਾ ਕਰਕੇ ਇਕੱਠਾ ਹੋ ਜਾਵੇ ਤਾਂ ਅਸੀਂ ਵੀ ਕੱਲ੍ਹ ਨੂੰ, ਜੇ ਸਾਡੇ 'ਤੇ ਜਿਵੇਂ ਗੁਰੂ ਰਵਿਦਾਸ ਸਾਹਿਬ ਮਹਾਰਾਜ ਜੀ ਦਾ ਇਹਨਾਂ ਨੇ ਗੁਰੂ ਘਰ ਢਾਹਿਆ ਸੀ, ਉਹ ਇਸ ਤਰ੍ਹਾਂ ਦਾ ਕੋਈ ਸਾਡੇ 'ਤੇ ਹੁੰਦਾ ਹੈ ਜਾਂ ਸਾਡੀ ਰਿਜ਼ਰਵੇਸ਼ਨ ਦੇ ਖਿਲਾਫ ਹੁੰਦਾ ਹੈ ਜਾਂ ਸਾਡੇ ਕਿਸੇ ਸਮਾਜ ਦੇ ਖਿਲਾਫ ਹੁੰਦਾ, ਤਾਂ ਅਸੀਂ ਇਕੱਠੇ ਹੋ ਕੇ ਇਕਜੁੱਟ ਹੋਈਏ, ਪਤਾ ਲੱਗੇ ਸਰਕਾਰ ਨੂੰ ਵੀ ਇਹਨਾਂ ਨੂੰ ਨਾ ਛੇੜੀਏ ਭਰਿੰਡਾਂ ਦੇ ਕੱਖਾਂ ਨੂੰ। ਅਸੀਂ ਉਸ ਸਟੇਜ 'ਤੇ ਆਉਣਾ ਚਾਹੁੰਦੇ ਹਾਂ। ਸਾਡਾ ਫਰਜ਼ ਬਣਦਾ ਕਿ ਅਸੀਂ ਆਪਣਾ ਜਾਗਰਤ ਕਰਕੇ ਇਸ ਪਾਸੇ ਨੂੰ ਤੁਰੀਏ। ਇੰਨਾ ਕੁਛ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ। ਜੈ ਭੀਮ ਜੈ ਭਾਰਤ। ਅਤੇ ਉਹ ਮੰਦਰ ਢਾਉਣ ਵੇਲੇ ਵੀ ਇੱਕ ਉਹ ਬਣਾਇਆ ਸੀ ਵੀ ਆਪਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਸਮਾਜ ਦਾ ਸੰਗਠਨ ਬਣਾਈਏ, ਜਿਹਦੇ 'ਚ ਹਰ ਇੱਕ ਗਰੁੱਪ ਦਾ ਅਤੇ ਬੰਦਾ ਹੋਣਾ ਚਾਹੀਦਾ, ਲੀਡਰ ਹੋਵੇ। ਮਤਲਬ ਪੋਲੀਟੀਕਲ ਵਿੰਗ ਵੱਖਰਾ ਚੱਲਦਾ, ਚੱਲੀ ਜਾਣ ਦਿਓ। ਵੈਸੇ ਤਾਂ ਪੋਲੀਟੀਕਲ ਵਿੰਗ ਤੋਂ ਬਿਨਾਂ ਵੀ ਸਾਡਾ ਗੁਜ਼ਾਰਾ ਨਹੀਂ ਹੁੰਦਾ, ਕਿਉਂਕਿ ਇਹ ਪਤਾ ਹੀ ਹੈ, ਇੱਕ ਵਾਰ ਦੀ ਗੱਲ ਹੈ, ਸਾਹਿਬ ਕਾਂਸੀ ਰਾਮ ਜੀ ਆਪਣੇ ਸੰਗਰੂਰ ਡਿਸਟ੍ਰਿਕਟ ਦੇ ਇੱਕ ਪਿੰਡ ਦੇ ਵਿੱਚ ਨਾ ਜਾ ਰਹੇ ਸੀ, ਕਣਕ ਵੱਢਣ ਦਾ ਸਮਾਂ ਸੀ। ਸਾਡੇ ਸਮਾਜ ਦੀ ਇੱਕ ਲੜਕੀ ਨਵੀਂ ਵਿਆਹੀ ਹੋਈ, ਨਿਊ ਮੈਰਿਡ ਕੁੜੀ, ਉਹ ਕਣਕ ਵੱਢ ਕੇ ਰੋਟੀ ਬਣਾਉਣ ਲਈ ਘਰੇ ਚੱਲੀ ਹੋਣੀ ਬੱਟਾਂ ਦੇ ਉੱਪਰ ਦੀ। ਚਲੋ ਉਹਨੇ ਵਿਆਹ ਵਾਲੇ ਕੱਪੜੇ, ਨਵੇਂ ਕੱਪੜੇ ਪਾਏ ਹੋਏ ਸੀ, ਕਿਉਂਕਿ ਨਵੀਂ ਮੈਰਿਡ ਕੁੜੀ ਭਾਵੇਂ ਕੰਮ 'ਤੇ ਜਾਵੇ,
ਉਹਦੇ ਕੱਪੜਿਆਂ ਦਾ, ਪਹਿਰਾਵੇ ਦਾ ਫਰਕ ਹੁੰਦਾ। ਸਾਹਿਬ ਨੇ ਉਹ ਡਰਾਈਵਰ ਨੂੰ ਕਿਹਾ ਵੀ ਜਾ ਰੋਕ, ਗੱਡੀ ਰੋਕ ਲੈ। ਗੱਡੀ ਰੋਕ ਕੇ ਸਾਹਿਬ ਕਹਿੰਦੇ ਨੂੰ ਦੇਖ ਕੇ ਨਾ ਕੁੜੀ ਨੂੰ ਰੋਣ ਲੱਗ ਗਏ। ਡਰਾਈਵਰ ਨੇ ਪੁੱਛਿਆ ਵੀ ਸਰ ਤੁਸੀਂ, ਕਿਉਂਕਿ ਡਰਾਈਵਰ ਨੂੰ ਪਤਾ ਨਹੀਂ ਸੀ ਵੀ ਉਹਨੇ ਤਾਂ ਸਿੱਧਾ ਨਹੀਂ ਕਰਨਾ ਚਾਹੀਦਾ। ਰੋਣ ਲੱਗੇ, ਉਹਨੇ ਪੁੱਛਿਆ ਵੀ ਸਰ ਕਿਉਂ, ਕੀ ਹੋ ਗਿਆ? ਕਹਿੰਦਾ ਤੁਸੀਂ ਦੇਖੋ ਵੀ ਮੇਰੇ ਸਮਾਜ ਦੀ ਇੱਕ ਨਵੀਂ ਵਿਆਹੀ ਕੁੜੀ, ਜਿਹਦਾ ਅਜੇ 5-7 ਦਿਨ ਹੋ ਗਏ ਉਹਨੇ ਵਿਆਹ ਹੋਇਆ ਹੋਣਾ, ਅੱਜ ਵੀ ਉਹ ਕਣਕ ਵੱਢਣ ਲਈ ਮਜਬੂਰ ਹੈ। ਠੀਕ ਹੈ, ਵੱਟਾਂ 'ਤੇ ਜਾ ਰਹੀ ਹੈ ਵਿਚਾਰੀ। ਮਤਲਬ ਵਿਆਹ ਦਾ ਵੀ ਉਹ ਪ੍ਰੋਪਰ ਆਨੰਦ ਨਹੀਂ ਮਾਣਦਾ, ਨਜ਼ਾਰਾ ਕੇ ਲਈ ਜੋ ਵੀ ਹੈ ਆਨੰਦ ਨਹੀਂ ਮਾਣਦਾ। ਠੀਕ ਹੈ, ਅਤੇ ਇਹ ਕਦੋਂ ਹੁੰਦੀ ਹੈ, ਕਦੋਂ ਆਨੰਦ ਮਾਣੂਗੀ? ਜਦੋਂ ਸਾਡੇ ਸਮਾਜ ਦਾ ਰਾਜ ਹੋਊਗਾ। ਭਾਈਚਾਰਕ ਤਾਲਮੇਲ ਮੰਚ ਦੇ ਅਹੁਦੇਦਾਰ ਸਾਹਿਬਾਨ, ਸਾਰਿਆਂ ਨੂੰ ਜੈ ਹਿੰਦ, ਜੈ ਭਾਰਤ। ਸਾਥੀਓ, ਅੱਜ ਬਾਬਾ ਸਾਹਿਬ ਦਾ ਪਰਿਨਿਰਵਾਣ ਦਿਵਸ ਮਨਾਉਂਦਿਆਂ ਮਨ ਦੇ ਵਿੱਚ ਬੜਾ ਸਕੂਨ ਆ, ਖੁਸ਼ੀ ਹੈ ਇਸ ਗੱਲ ਦੀ ਕਿ ਸਾਡਾ ਇੱਕ ਰਹਿਬਰ ਉਹ ਹੋਇਆ ਜਿਹਨੇ ਸਾਨੂੰ ਕੁੱਤੇ ਬਿੱਲਿਆਂ ਵਾਲੀ ਜ਼ਿੰਦਗੀ ਚੋਂ ਕੱਢ ਕੇ ਮਨੁੱਖਾ ਜ਼ਿੰਦਗੀ ਬਖਸ਼ੀ। ਇਹ ਲਹਿਰ ਕੋਈ ਨਵੀਂ ਲਹਿਰ ਨਹੀਂ ਹੈ। ਕਈ ਵਾਰੀ ਅਸੀਂ ਇਸ ਲਹਿਰ ਨੂੰ ਤੋੜ ਕੇ ਦੇਖਣ ਲੱਗ ਜਾਂਦੇ ਹਾਂ ਕਿ ਸਦੀਆਂ ਪੁਰਾਣੀ ਲਹਿਰ ਆ, ਭਗਤੀ ਲਹਿਰ ਤੋਂ ਸ਼ੁਰੂ ਕਰਕੇ ਮਹਾਤਮਾ ਬੁੱਧ ਤੋਂ ਸ਼ੁਰੂ ਕਰਕੇ ਸਿੱਖ ਗੁਰੂਆਂ ਦੇ ਵਿੱਚੋਂ ਦੀ ਹੁੰਦੀ ਹੋਈ ਉਹ ਬਾਬਾ ਸਾਹਿਬ ਤੱਕ ਪਹੁੰਚੀ, ਕਾਸ਼ੀ ਰਾਮ ਜੀ ਤੱਕ ਪਹੁੰਚੀ। ਅਸੀਂ ਜੇ ਇਸ ਨੂੰ ਪਿਛੋਕੜ ਦੇ ਵਿੱਚ ਦੇਖੀਏ ਤਾਂ ਉਹ ਬ੍ਰਾਹਮਣਵਾਦੀ ਕਲਚਰ ਜਿਸ ਨੇ ਸਾਡੇ ਸਮਾਜ ਨੂੰ ਨਰਕਾਂ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ, ਉਹਦਾ ਬੁੱਧ ਧਰਮ ਨੇ ਵੀ ਵਿਰੋਧ ਕੀਤਾ। ਉਹਦੇ ਖਿਲਾਫ ਭਗਤੀ ਲਹਿਰ ਚੱਲੀ। ਸਾਰੇ ਭਗਤਾਂ ਨੇ, ਸ਼੍ਰੀ ਗੁਰੂ ਰਵਿਦਾਸ ਮਹਾਰਾਜ, ਸੈਣ, ਸਦਨਾ ਜੀ, ਉਹਨਾਂ ਸਾਰਿਆਂ ਨੇ ਸਾਡੇ ਲੋਕਾਂ ਦੇ, ਦੱਬੇ ਕੁਚਲੇ ਲੋਕਾਂ ਦੇ ਸਮਾਜ ਨੂੰ ਉੱਚਾ ਚੁੱਕਣ ਦੇ ਲਈ ਆਪਣੀਆਂ ਜ਼ਿੰਦਗੀਆਂ, ਜਿੱਥੇ ਇਹ ਲੋਕ ਕਹਿੰਦੇ ਸੀ ਕਿ ਇਹਨਾਂ ਲੋਕਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ, ਇਹ ਤਾਂ ਕੁੱਤੇ ਬਿੱਲਿਆਂ ਵਰਗੇ ਨੇ, ਇਹ ਨਰਕਾਂ ਨਰਕ ਦੇ ਕੀੜੇ ਨੇ, ਤਾਂ ਗੁਰੂ ਰਵਿਦਾਸ ਮਹਾਰਾਜ ਨੇ ਆਪਣੀ ਬਾਣੀ ਰਚ ਕੇ ਉਹਨਾਂ ਨੂੰ ਦਰਸਾ ਦਿੱਤਾ ਕਿ ਅਸੀਂ, ਜੇ ਤੁਸੀਂ ਭਗਤੀ ਦੀ ਗੱਲ ਕਰਦੇ ਤਾਂ ਤੁਹਾਡੇ ਤੋਂ ਉੱਚ ਪਾਈ ਦੀ ਭਗਤੀ ਕਰਕੇ ਅਸੀਂ ਰੱਬ ਨੂੰ ਆਪਣੇ ਬਸ ਕਰਨ ਦੀ ਗੱਲ। ਕਬੀਰ ਸਾਹਿਬ ਨੇ ਵੀ ਇਸ ਤਰ੍ਹਾਂ ਦੀ ਲਹਿਰ ਦੇ ਵਿੱਚ ਸਾਡੇ ਲੋਕਾਂ ਨੂੰ ਜਾਗਰੂਕ ਕੀਤਾ। ਉਸ ਤੋਂ ਬਾਅਦ ਸਿੱਖ ਗੁਰੂਆਂ ਨੇ ਉਸ ਬ੍ਰਾਹਮਣਵਾਦੀ ਜਾਤੀਵਾਦੀ ਵਿਵਸਥਾ ਨੂੰ ਖਤਮ ਕਰਨ ਦੇ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਬੜੇ ਕ੍ਰਾਂਤੀਕਾਰੀ ਕਦਮ ਚੁੱਕੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਪਾਂਧਾ ਪੜ੍ਹਾਉਣ ਗਿਆ ਤਾਂ ਉਹਨੂੰ ਦਿਖਾ ਦਿੱਤਾ ਸੀਗਾ ਕਿ ਤੇਰੀ ਪੜ੍ਹਾਈ ਮੇਰੇ ਕੰਮ ਦੀ ਨਹੀਂ, ਅਤੇ ਤੇਰੀ ਜਾਤੀਵਾਦੀ ਵਿਵਸਥਾ ਵਾਲੀ ਪੜ੍ਹਾਈ ਹੈ ਵੀ ਜਿਹੜੀ ਉਹ ਮੇਰੇ ਕੰਮ ਦੀ ਨਹੀਂ, ਅਤੇ ਜਿਹੜਾ ਜਨੇਊ ਤੂੰ ਪਾ ਕੇ ਮੈਨੂੰ ਕਹਿਣਾ ਕਿ ਤੇਰਾ ਗੁਰੂ ਮੈਂ ਬਣ ਗਿਆ, ਚੌਕੋਲੀ ਮੁੱਲਣ ਆਇਆ ਵੈ ਚੌਂਕੇ ਪਾਇਆ, ਸਿੱਖਾ ਕਨ ਚੜ੍ਹਾਈਆ ਗੁਰੂ ਬ੍ਰਾਹਮਣ ਥੀਆ, ਉਹ ਮੂਆ ਉਹ ਝੜ ਪਿਆ ਬੇਤਗਾ ਗਿਆ। ਸੋ ਉਹਨਾਂ ਨੇ ਦੱਸਦਾ ਕਿ ਤੇਰਾ ਜਿਹੜਾ ਧਾਗਾ ਹੈ ਇਹ ਕੋਈ ਮੇਰੇ ਕੰਮ ਦਾ ਨਹੀਂ। ਸੋ ਲਹਿਰ ਹੈ ਜਿਹੜੀ ਇਹ ਬਹੁਤ ਪੁਰਾਣੀ ਸ਼ੁਰੂ ਹੋਈ ਹੈ, ਪਰ ਜਿਸ ਤਰ੍ਹਾਂ ਸਾਥੀ ਦੱਸ ਕੇ ਗਏ ਨੇ ਮਾਂਜੇ ਰਾਮ ਜੀ ਕਿ ਜਿਹੜਾ ਸਾਡਾ ਦੁਸ਼ਮਣ ਹੈ, ਗੱਲਾਂ ਸਾਡਾ ਹੀ ਨਾ, ਜਿਹੜਾ ਮਨੁੱਖਤਾ ਦਾ ਦੁਸ਼ਮਣ ਮੈਂ ਕਹਿਣਾ ਹੁੰਦਾ ਇਹਨਾਂ ਨੂੰ, ਕਿ ਮਨੁੱਖਤਾ ਦੇ ਜੋ ਦੁਸ਼ਮਣ ਨੇ ਜਿਹੜੇ ਸਾਰਿਆਂ ਨੂੰ ਬਰਾਬਰ ਦੇ ਹੱਕ ਦੇਣ ਤੋਂ ਬੜੇ ਆਤੁਰ ਨੇ, ਨਹੀਂ ਕਹਿੰਦੇ ਅਸੀਂ ਹੀ ਉੱਤਮ ਆ, ਬਾਕੀ ਸਾਰੇ ਕੀੜੇ ਮਕੌੜੇ। ਉਹਦਾ ਬੜੀ ਲੰਬੇ ਸਮੇਂ ਤੋਂ ਵਿਰੋਧ ਹੁੰਦਾ ਆ ਰਿਹਾ, ਸਮੇਂ ਦੇ ਨਾਲ ਵਿਰੋਧ ਹੁੰਦਾ ਆ ਰਿਹਾ। ਭਗਤੀ ਲਹਿਰ ਦੇ ਵਿੱਚ ਇਹ ਕਹਿੰਦੇ ਸੀ ਕਿ ਭਗਤੀ ਅਸੀਂ ਹੀ ਕਰ ਸਕਦੇ, ਰੱਬ ਦਾ ਨਾਂ ਅਸੀਂ ਹੀ ਲੈ ਸਕਦੇ ਹਾਂ। ਭਗਤੀ ਲਹਿਰ ਨੇ ਦਰਸਾ ਦਿੱਤਾ ਕਿ ਅਸੀਂ ਤੁਹਾਡੇ ਤੋਂ ਕਿਤੇ ਬੜੇ ਉੱਚੀ ਸ਼ਰਧਾ ਦੇ ਨਾਲ ਰੱਬ ਦਾ ਨਾਂ ਲੈ ਸਕਦੇ ਹਾਂ, ਭਗਤੀ ਕਰ ਸਕਦੇ ਹਾਂ। ਅਤੇ ਅੱਜ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਮਹਿਸੂਸ ਕੀਤਾ ਆ ਕੇ ਇੱਥੇ ਕਿ ਸਿਰਫ ਭਗਤੀ ਲਹਿਰ ਇਸ ਦੇ ਕੰਮ ਦੀ ਨਹੀਂ ਹੈ,
ਗੁਰੂ ਗੋਬਿੰਦ ਸਿੰਘ ਜੀ ਨੇ ਇਹ ਮਹਿਸੂਸ ਕਰ ਲਿਆ ਸੀਗਾ ਕਿ ਜੇ ਅਸੀਂ ਇਕੱਲੇ ਸ਼ਾਂਤੀ ਦੇ ਪੁੰਜ ਬਣ ਕੇ ਭਗਤੀ ਲਹਿਰ ਦੇ ਵਿੱਚ ਲੀਨ ਹੋ ਕੇ ਇਹਨਾਂ ਦੇ ਜ਼ੁਲਮਾਂ ਦਾ ਟਾਕਰਾ ਕਰ ਲਾਂਗੇ ਤਾਂ ਨਹੀਂ ਸੰਭਵ ਨਹੀਂ। ਤਾਂ ਇਸੇ ਕਰਕੇ ਉਹਨਾਂ ਨੇ ਕਿਹਾ ਸੀ ਚੌਂਕਾਰ ਅਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਵਾ ਸ਼ਮਸ਼ੀਰ। ਕਹਿੰਦਾ ਫਿਰ ਜਦੋਂ ਸਾਡੇ ਕੋਲ ਕੋਈ ਚਾਰਾ ਨਾ ਰਹੇ ਉਹ ਜ਼ੁਲਮ ਨੂੰ ਖਤਮ ਕਰਨ ਦਾ, ਅਤੇ ਫਿਰ ਸ਼ਮਸ਼ੀਰ ਉਠਾਉਣਾ ਵੀ ਕੋਈ ਗੁਨਾਹ ਨਹੀਂ। ਸੋ ਇਹ ਗੱਲ ਮਹਿਸੂਸ ਕੀਤੀ ਗਈ ਕਿ ਅਸੀਂ ਧਾਰਮਿਕ ਤੌਰ 'ਤੇ ਉਹਨਾਂ ਦੀ ਬਰਾਬਰੀ, ਉਹਨਾਂ ਦਾ ਟਾਕਰਾ ਕਰੀਏ। ਗੁਰੂ ਗੋਬਿੰਦ ਸਿੰਘ ਜੀ ਨੇ ਕਰਕੇ ਦਿਖਾਇਆ। ਜਿਹੜੇ ਕਹਿੰਦੇ ਸੀ ਕਿ ਅਸੀਂ ਹੀ ਉੱਤਮ ਆ, ਉਹਨਾਂ ਨੇ ਇੱਕ ਇਹੋ ਜਿਹਾ ਖਾਲਸਾ ਪੈਦਾ ਕਰ ਦਿੱਤਾ ਜਿਹੜਾ ਕਿਤੇ ਮਾਂ ਦੇ ਪੇਟੋਂ ਨਹੀਂ ਜੰਮਿਆ, ਉਹ ਖੰਡੇ ਦੀ ਪੋਹਲ ਦੀ ਧਾਰ ਦੇ ਵਿੱਚੋਂ ਜੰਮਦਾ, ਔਰ ਨਾ ਉਹਨੇ ਜੰਮਣਾ ਅਤੇ ਨਾ ਉਹਦੀ ਮੌਤ ਹੋਣੀ ਹੈ। ਅਮਰ ਖਾਲਸਾ ਅੰਮ੍ਰਿਤ ਦੀ ਦਾਤ ਸਿੰਘ, ਉਹ ਵੀ ਗੁਰੂਆਂ ਦਾ ਇੱਕ ਵੱਡਾ ਕ੍ਰਾਂਤੀਕਾਰੀ ਕਦਮ ਸੀਗਾ ਕਿ ਇਸ ਜਾਤੀਵਾਦੀ ਸਿਸਟਮ ਨੂੰ ਖਤਮ ਕਰਨਾ। ਇਸੇ ਤਰ੍ਹਾਂ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਆਪਣੇ 4 ਪੁੱਤ ਕੁਰਬਾਨ ਕਰਕੇ ਆਪਣੀ ਪੂਰੀ ਜ਼ਿੰਦਗੀ ਲਾ ਕੇ ਇੱਕ ਸਾਨੂੰ ਇਹੋ ਜਿਹਾ ਫਲਸਫਾ ਦਿੱਤਾ ਕਿ ਸਾਡੇ ਭਾਰਤ ਵਿੱਚ ਸਦੀਆਂ ਤੋਂ ਚੱਲਦੀ ਆਈ ਰਜਵਾੜਾ ਸ਼ਾਹੀ, ਜਿਹੜੇ ਲੋਕ ਕਹਿੰਦੇ ਸੀ ਕਿ ਰਾਜਾ ਜਿਹੜਾ ਸਾਡੇ ਦੇਸ਼ ਦਾ ਉਹ ਰਾਣੀ ਦੇ ਪੇਟੋਂ ਹੀ ਜੰਮੇਗਾ, ਉਸ ਨੂੰ ਖਤਮ ਕੀਤਾ। ਸਾਨੂੰ ਦਿੱਤਾ ਸੰਵਿਧਾਨ, ਪੂਰੀ ਦੁਨੀਆ ਦਾ ਉੱਤਮ ਸੰਵਿਧਾਨ, ਸਭ ਤੋਂ ਵੱਡਾ ਸੰਵਿਧਾਨ ਜਿਹਨੂੰ ਪੂਰੀ ਦੁਨੀਆ ਮੰਨਦੀ ਹੈ, ਉਹਦੇ ਵਿੱਚ ਵਿਵਸਥਾ ਕਰ ਦਿੱਤੀ ਗਈ। ਔਰ ਬਾਬਾ ਸਾਹਿਬ ਨੇ 26 ਜਨਵਰੀ 1950 ਨੂੰ ਸਾਨੂੰ ਸੰਵਿਧਾਨ ਸੌਂਪਦਿਆਂ ਹੋਇਆਂ ਇਹ ਗੱਲ ਠੋਕ ਵਜਾ ਕੇ ਕਹੀ ਕਿ ਅੱਜ ਮੇਰੇ ਦੇਸ਼ ਦੇ ਲੋਕੋ, ਅੱਜ ਮੈਂ ਉਹਨਾਂ ਰਾਣੀਆਂ ਦਾ ਆਪਰੇਸ਼ਨ ਕਰ ਚੱਲਿਆ ਜਿਨ੍ਹਾਂ ਦੇ ਪੇਟੋਂ ਰਾਜੇ ਜਨਮ ਲੈਂਦੇ ਸੀ। ਅੱਜ ਜੇ ਰਾਜਾ ਪੈਦਾ ਹੋਏਗਾ ਤਾਂ ਉਹਦੇ ਵਿੱਚ ਤੁਹਾਡਾ ਯੋਗਦਾਨ ਹੋਏਗਾ। ਮੱਤ ਪੇਟੀਆਂ ਦੇ ਵਿੱਚੋਂ ਰਾਜਾ ਪੈਦਾ ਹੋਏਗਾ, ਅੱਜ ਤੋਂ ਬਾਅਦ ਕਿਸੇ ਰਾਣੀ ਦੇ ਪੇਟੋਂ ਰਾਜਾ ਨਹੀਂ। ਅਤੇ ਉਹਦੇ ਨਾਲ ਨਾਲ ਇਹ ਰਾਜਨੀਤਿਕ ਮੁਕਤੀ ਦੀ ਗੱਲ ਸੀ ਅਤੇ ਉਹਦੇ ਨਾਲ ਨਾਲ ਸਾਨੂੰ ਆਰਥਿਕ ਮੁਕਤੀ। ਸਾਥੀਓ, ਅੱਜ ਆਪਾਂ ਸਾਡੇ ਰਹਿਬਰ ਡਾਕਟਰ ਸਾਹਿਬ ਨੂੰ ਉਹਨਾਂ ਦੇ 64ਵੇਂ ਤੀਨ ਤੇ ਆਪਾਂ ਸਰਦਾਰੀ ਫੁੱਲ ਭੇਟ ਕੀਤੀ ਹੈ। ਮੈਂ ਧੰਨਵਾਦੀਆਂ ਨਾਪਰੇ ਸਾਹਿਬ ਦਾ, ਜੱਸੀ ਸਾਹਿਬ ਦਾ, ਸ਼੍ਰੀ ਕ੍ਰਿਸ਼ਨ ਸਿੰਘ ਦੁੱਗਾ ਸਾਹਿਬ ਦਾ, ਸਰਦਾਰ ਹਰਮੇਲ ਸਿੰਘ ਵਰਜੀਓ ਸਾਹਿਬ, ਸਰਦਾਰ ਜਸਵੀਰ ਸਿੰਘ ਸਾਹਿਬ ਜੀ, ਮੇਰੇ ਵੱਡੇ ਵੀਰ ਸ਼੍ਰੀ ਮੂਲਚੰਦ ਤਜੀਲਾ ਸਾਹਿਬ, ਛੋਟੇ ਵੀਰ ਸੁਖਦੇਵ ਸਿੰਘ ਜੱਸੀ ਜੀ, ਸਰਦਾਰ ਜਗਤਾਰ ਸਿੰਘ ਜੀ, ਸਰਦਾਰ ਲਾਭ ਸਿੰਘ ਜੀ, ਸ਼੍ਰੀ ਮਾਂਗੇ ਰਾਮ ਜੀ, ਸ਼੍ਰੀ ਗੁਰਜੰਟ ਸਿੰਘ ਰਾਹੀ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਬਲਬੀਰ ਸਿੰਘ ਚੰਦੀ ਸਾਹਿਬ ਜੀ, ਸਰਦਾਰ ਤੇਜ ਸਿੰਘ ਗੁਰੂ ਜੀ, ਸਰਦਾਰ ਗਿਆਨ ਸਿੰਘ ਜੀ ਸਾਹਿਬ, ਮੈਂ ਸਾਰਿਆਂ ਲਈ ਇਸ ਥਾਂ 'ਤੇ ਛੋਟੇ ਸੱਤੇ 'ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹਾਂ। ਸਾਰਿਆਂ ਦਾ ਜੀ ਆਇਆਂ ਆਤਿਆਂ। ਜਿਸ ਤਰ੍ਹਾਂ ਕਿ ਜੱਸੀ ਸਾਹਿਬ ਜੀ ਨੇ, ਸ਼੍ਰੀ ਕ੍ਰਿਸ਼ਨ ਸਿੰਘ ਦੁੱਗਾ ਸਾਹਿਬ ਨੇ, ਮੰਗ ਰਾਮ ਜੀ ਨੇ, ਸਰਦਾਰ ਹਰਮੇਲ ਸਿੰਘ ਜੀ ਨੇ ਆਪਣੇ ਵਧੀਆ ਵਿਚਾਰ ਪ੍ਰਗਟ ਕੀਤੇ ਨੇ। ਇਹ ਜੋ ਬਾਬਾ ਸਾਹਿਬ ਨੇ ਲਹਿਰ ਚਲਾਈ, ਇਹ 2600 ਸਾਲ ਦੀ ਦੇਣ ਹੈ। ਇਹ ਕਿਤੇ 1891 ਤੋਂ ਹੀ ਸ਼ੁਰੂ ਹੋ ਗਈ ਸੀ। ਇਹ ਲਹਿਰ ਮਹਾਤਮਾ ਬੁੱਧ ਤੋਂ ਸ਼ੁਰੂ ਹੋ ਕੇ ਵਿਕਾਸ ਹੁੰਦੀ ਹੋਈ 1270 ਦੇ ਵਿੱਚ ਬਾਬਾ ਨਾਮਦੇਵ ਜੀ ਤੋਂ ਸ਼ੁਰੂ ਹੋ ਕੇ ਕਬੀਰ ਜੀ, ਗੁਰੂ ਰਵਿਦਾਸ ਮਹਾਰਾਜ ਜੀ, ਸੈਣ ਜੀ, ਤਰਲੋਚਨ ਜੀ, ਸਾਰਿਆਂ ਨੂੰ ਜਿਸ ਤਰ੍ਹਾਂ ਕਿ ਪ੍ਰਧਾਨ ਜੀ ਨੇ ਇਹਨੂੰ ਭਗਤੀ ਕਾਲ ਦਾ ਸਮਾਂ ਦਿੱਤਾ। ਪਰਮਣਵਾਦ ਦਾ ਵਿਰੋਧ ਤਾਂ ਮੁੱਢ ਤੋਂ ਹੀ ਚੱਲਦਾ, ਕਿਉਂਕਿ ਵਿਰੋਧ ਔਰ ਵਿਕਾਸ ਇਕੱਠੇ ਚੱਲਦੇ। ਪਰ ਜੋ ਵਿਰੋਧ ਬਾਬਾ ਨਾਮਦੇਵ ਜੀ ਨੇ ਸ਼ੁਰੂ ਕੀਤਾ, ਉਹਦਾ ਵਿਕਾਸ ਗੁਰੂ ਕਬੀਰ ਜੀ ਨੇ, ਗੁਰੂ ਰਵਿਦਾਸ ਮਹਾਰਾਜ, ਉਹ ਹੁੰਦਾ ਹੋਇਆ ਸਾਡੇ ਰਹਿਬਰ, ਮੈਂ ਤਾਂ ਭਗਵਾਨ ਸਾਡਾ ਕਹਿਣਾ ਇਹਨਾਂ ਨੂੰ
ਕਿਸੇ ਨੂੰ ਲੱਗੇ ਚੰਗਾ ਕਿਸੇ ਨੂੰ ਬੁਰਾ। ਮੈਂ ਬਾਹਮਣਾਂ ਦੇ ਵਿੱਚ ਵੀ ਕਹਿੰਦਾ ਸਾਡੇ ਲਈ ਸਾਰਾ ਕੁਝ ਹੀ। ਇਹਨਾਂ ਨੇ ਅੱਜ ਸਾਨੂੰ ਇੱਥੇ ਪਹੁੰਚਾਉਣ ਲਈ ਡਾਕਟਰ ਸਾਹਿਬ ਕਹਿੰਦੇ ਨੇ ਮੇਰੇ 3 ਗੁਰੂ ਕਬੀਰ ਜੀ, ਜੋਤੀ ਫੁੱਲੇ। 1995 ਤੋਂ ਜਿਸ ਤਰ੍ਹਾਂ ਕਿ ਸਰਦਾਰ ਸੁਰੇਸ਼ ਸਿੰਘ ਨੇ ਮੰਚ ਬਾਰੇ ਦੱਸਿਆ, ਉਦੋਂ ਸਿਰਫ ਇੱਕ ਸਾਡਾ ਇੰਟਰੋਡਕਟਰੀ ਪਰਪਸ ਸੀਗਾ ਵੀ ਯਾਰ ਆਪਣੇ ਮੁਲਾਜ਼ਮ ਅਫਸਰ ਵੱਖ-ਵੱਖ ਮਹਿਕਮੇ 'ਚ ਨੇ ਵੀ ਇੱਕ ਸਮਾਜ ਨੂੰ ਸਾਡੇ ਬੰਦੇ ਪਿੰਡਾਂ 'ਚ ਸਾਡੀਆਂ ਫੜ੍ਹਾਂ ਮਾਰਦੇ ਨੇ, ਉਹ ਮੇਰਾ ਮੁੰਡਾ ਲੱਗਿਆ, ਮੇਰਾ ਮੁੰਡਾ ਲੱਗਿਆ। ਚਲੋ ਅਸੀਂ ਹੁਣ ਸਾਰਿਆਂ ਨੇ ਰਲ ਕੇ ਉਹਨੂੰ ਕਾਫੀ ਵਿਕਾਸ ਲੈ ਗਏ। ਉਹਦੇ ਹੀ ਸਿੱਟਾ ਜਿਹੜੇ ਅੱਜ ਆਪਾਂ ਉੱਤੇ ਡਾਕਟਰ ਸਾਹਿਬ ਨੇ ਮੁੜ ਤੋਂ ਹੀ ਇਹਨਾਂ ਦਾ ਕਿਸੇ ਨੇ ਉਹ ਦੇਖਿਆ, ਉਹਦਾ ਇਹਨਾਂ ਨੇ ਖਾਤਮਾ ਵੀ ਕੀਤਾ। 1942 ਦੇ ਵਿੱਚ ਜਦੋਂ ਇਹ ਲੰਡਨ ਤੋਂ ਲਾ ਕਰਕੇ ਆਏ ਤਾਂ ਉਹਨਾਂ ਨੇ ਕਾਨਫਰੰਸ ਕੀਤੀ ਪੂਨੇ 'ਚ। ਉਦੋਂ ਉੱਥੇ 75,000 ਬੰਦਾ ਇਕੱਠਾ। ਤੇ ਉਹਨਾਂ ਨੇ ਕਿਹਾ ਵੀ ਅੱਜ ਮੈਨੂੰ ਬੜੀ ਖੁਸ਼ੀ ਆ, ਮੇਰਾ ਸਮਾਜ ਬਹੁਤ ਤਰੱਕੀ ਕਰ ਗਿਆ। ਉਹਨਾਂ ਦੇ ਨਾਲ ਇੱਕ ਹੋਰ ਬੰਦਾ ਮੈਂ ਕਿਹਾ ਵੀ ਤਰੱਕੀ ਕੀ ਕਰ ਗਏ, ਤਾਂ ਪਾਟੇ ਕੱਪੜੇ, ਟੁੱਟੀਆਂ ਜੁੱਤੀਆਂ, ਨੰਗੇ ਪੈਰੀ। ਉਹ ਮੈਨੂੰ ਕਿਹਾ ਨਹੀਂ, ਇਹ ਗੱਲ ਨਹੀਂ। 1922 ਦੇ ਵਿੱਚ ਕਹਿੰਦਾ ਜਦੋਂ ਮੈਂ ਪੜ੍ਹ ਕੇ ਆਇਆ ਸੀ, ਮੈਂ ਪੂਨੇ ਦੇ ਵਿੱਚ ਇੱਕ, ਮੈਂ ਮਾਫੀ ਚਾਹੁੰਦਾ ਥੋੜ੍ਹਾ ਜਿਹਾ 10 ਮਿੰਟ ਲਊਗਾ ਵੀ ਮੈਂ ਇੱਕ ਕਾਨਫਰੰਸ ਰੱਖੀ ਸੀ। ਮੰਗਰਾਮ ਜੀ ਉਹਦੇ ਬਾਰੇ ਸ਼ਾਇਦ ਜ਼ਿਆਦਾ ਜਾਣਦੇ, ਪੜ੍ਹਦੇ ਨਹੀਂ ਵੀ ਉਸ ਸਮੇਂ ਕੋਈ 20 ਬੰਦੇ ਨਹੀਂ ਸੀਗੇ ਮੇਰੀ ਕਾਨਫਰੰਸ ਦੇ ਵਿੱਚ। ਬਾਕੀ ਗੱਡੀ ਦੀਆਂ ਲਾਈਨਾਂ 'ਤੇ ਕੋਈ ਬੀੜੀ ਪੀ ਰਿਹਾ ਸੀ, ਕੋਈ ਸਿੱਟਾ ਪੀ ਕੇ ਮੁੜ। ਅੱਜ ਕਿੰਨਾ ਦੂਰ ਮੇਰਾ ਸਮਾਜ ਤਰੱਕੀ ਕਰ ਗਿਆ ਅਤੇ 75,000 ਬੰਦਾ ਮੇਰੀ ਕਾਨਫਰੰਸ। ਇਹ ਸਾਰੀ ਬਾਬਾ ਜੀ। ਹੁਣ ਮਸਲਾ ਪੈਦਾ ਹੁੰਦਾ ਵੀ ਅਛੂਤ ਅਤੇ ਆਜ਼ਾਦੀ। ਜਦੋਂ ਆਜ਼ਾਦੀ ਚੱਲ ਰਹੀ ਸੀ, ਆਜ਼ਾਦੀ ਦਾ ਸੰਗਰਾਮ ਚੱਲ ਰਿਹਾ ਸੀ, ਤਾਂ ਸਾਡੇ ਅਛੂਤਾਂ ਬਾਰੇ ਦੀ ਭਲਾਈ ਬਾਰੇ ਕੋਈ ਨਹੀਂ ਸੋਚ ਰਿਹਾ ਸੀ। ਨਾ ਕਾਂਗਰਸ ਸੋਚਦੀ ਸੀ, ਨਾ ਮੁਸਲਿਮ ਲੀਗ ਸੋਚਦੀ ਸੀ। ਉਹ ਸਾਨੂੰ ਉਹੀ ਲਾਗੀ ਤੱਤੀ ਹੀ ਸਮਝ ਰਹੇ ਸੀ ਵੀ ਜੇ ਇਹ ਪਾਕਿਸਤਾਨ ਦਾ ਤਾਂ ਵੀ ਇਹਨਾਂ ਨੇ ਗੋਹਾ ਪੂਰਾ ਕਰਾਵਾਂਗੇ ਅਸੀਂ, ਜੇ ਭਾਰਤ ਰਹਿ ਜਾਣ ਤਾਂ ਵੀ ਅਸੀਂ ਇਹਨਾਂ ਤੋਂ ਮਰੇ ਹੋ ਡੰਗਰ ਗੋਹਾ ਪੂਰਾ ਕਰਾਵਾਂਗੇ। ਬਾਬਾ ਜੀ ਨੇ 1930 ਦੇ ਵਿੱਚ ਮੁਸਲਿਮ ਲੀਗ ਅਛੂਤ ਫੈਡਰੇਸ਼ਨ ਬਣਾਈ, ਜਿਹਦੇ ਵਿੱਚ ਇਹਨਾਂ ਨੇ ਆਪਣੇ ਹੱਕ ਰੱਖੇ ਵੀ ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ। ਇਹਨਾਂ ਨੇ ਜਦੋਂ 1928 ਦੇ ਵਿੱਚ ਗੋਲਮੇਜ ਕਾਨਫਰੰਸ ਸੀ, ਉੱਥੇ ਸਾਰਾ ਆਪਣਾ ਮਸੱਦਾ ਤਿਆਰ ਕੀਤਾ ਵੀ ਤੁਸੀਂ 200 ਸਾਲ ਹੋ ਗਏ ਤੁਹਾਨੂੰ ਯਾਦ ਕਰਦੇ ਬਾਹਮਣਵਾਦ ਫੈਲਿਆ ਹੋਇਆ, ਸਾਡੇ ਲੋਕਾਂ ਨੂੰ ਕੋਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹਨਾਂ ਕੁਰਸੀਆਂ 'ਤੇ ਬੈਠਣ ਦਾ ਅਧਿਕਾਰ ਦਿੱਤਾ। ਅਤੇ ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਪੜ੍ਹੋ ਲਿਖੋ ਜੁੜੋ। ਸੋ ਮੇਰਾ ਤਾਂ ਸਾਰਿਆਂ ਨੂੰ ਇਹੀ ਹੈ ਵੀ ਇਸ 'ਤੇ ਅਮਲ ਕਰਦੇ ਹੋਏ ਜਿੰਨੇ ਵੀ ਤੁਹਾਡੇ ਸਾਥੀ ਮਿਲਦੇ ਹੈ ਉਹਨਾਂ ਨੂੰ ਇਹੀ ਕਹੋ ਵੀ ਆਪਣੇ ਬੱਚਿਆਂ ਨੂੰ ਪੜ੍ਹਾਓ ਤਾਂ ਕਿ ਉਹ ਪੜ੍ਹ ਕੇ ਜੁੜਨ, ਇਕੱਠੇ ਹੋਣ ਅਤੇ ਉਹਨਾਂ ਨੂੰ ਆਪਣੇ ਅਧਿਕਾਰਾਂ ਬਾਰੇ ਪਤਾ ਲੱਗੇ ਤਾਂ ਕਿ ਆਪਣਾ ਸਮਾਜ ਅੱਗੇ ਜਾ ਸਕੇ। ਕਿਉਂਕਿ ਮਨੂ ਸਮਿਰਤੀ ਮੁਤਾਬਕ ਸਾਡੇ ਉੱਪਰ ਬੜਾ ਬੋਝ ਸੀਗਾ, ਪਰ ਇਹਨਾਂ ਨੇ ਸੰਵਿਧਾਨ ਬਣਾ ਕੇ ਉਸ ਤੋਂ ਸਾਨੂੰ ਛੁਟਕਾਰਾ ਦਿਵਾਇਆ। ਸੋ ਮੇਰਾ ਤਾਂ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਹੀ ਸੰਦੇਸ਼ ਦਿਓ, ਬੱਚਿਆਂ ਨੂੰ ਪੜ੍ਹਾਓ ਲਿਖਾਓ ਅਤੇ ਜੁੜੋ। ਅਤੇ ਤੁਹਾਡੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਅੱਗੇ ਨੂੰ ਵੀ ਬੇਨਤੀ ਹੈ ਵੀ ਜਦੋਂ ਇੱਦਾਂ ਦਾ ਮੰਚ ਵੱਲੋਂ ਕੋਈ ਪ੍ਰੋਗਰਾਮ ਹੁੰਦਾ ਹੈ ਅਤੇ ਵੱਧ ਤੋਂ ਵੱਧ ਤੁਸੀਂ ਆਇਆ ਕਰੋ ਤਾਂ ਕਿ ਲੋਕਾਂ 'ਚ ਆਪਣਾ ਵਿਚਾਰ ਦੱਸ ਸਕੀਏ, ਲੋਕ ਆਪਣੀ ਗੱਲ ਦੱਸ ਸਕਣ ਅਤੇ ਰੈਪਰ ਬਾਰੇ ਅਸੀਂ ਉਹਨਾਂ ਬਾਰੇ ਕੋਈ ਗੱਲਬਾਤ ਕਰ ਸਕੀਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।